ਹੈਲੋ एवरीवन ਮਾਈਸੈਲਫ ਮਨਪ੍ਰੀਤ ਐਂਡ ਵੈਲਕਮ ਹੈ ਤੁਹਾਡਾ ਨਰਸਿੰਗ ਸਕੂਪ YouTube ਚੈਨਲ ਤੇ। ਸੋ ਅੱਜ ਹੈਗਾ ਪਾਰਟ 2 ਕੁਇਕ ਰਿਵੀਜ਼ਨ ਦਾ ਐਂਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਡਿਫਰੈਂਟ ਪੋਜੀਸ਼ਨਸ ਇਨ ਡਿਫਰੈਂਟ ਡਿਜ਼ੀਜ਼ ਕੰਡੀਸ਼ਨਸ। ਸੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਸੋ ਪੋਜੀਸ਼ਨਿੰਗ ਦੇ ਉੱਤੇ ਇੱਕ ਦੋ ਕੁਐਸਚਨਸ ਤੁਸੀਂ ਈਜ਼ੀਲੀ ਐਕਸਪੈਕਟ ਕਰ ਸਕਦੇ ਆ BFGHS ਐਂਡ GMCH ਸਟਾਫ ਨਰਸ ਐਂਡ ਟਿਊਟਰ ਐਗਜ਼ਾਮ। ਸੋ ਆਈ ਹੋਪ ਜੋ ਤੁਸੀਂ ਪਾਰਟ 1 ਦੀ ਮੈਂ ਕੱਲ ਵੀਡੀਓ ਅਪਲੋਡ ਕੀਤੀ ਸੀ ਉਹ ਤੁਸੀਂ ਦੇਖ ਲਈ ਹੋਏਗੀ ਐਂਡ ਅੱਜ ਆਪਾਂ ਸਟਾਰਟ ਕਰਦੇ ਹਾਂ ਪਾਰਟ 2 ਦੇ ਨਾਲ। ਐਂਡ ਅਗਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਦੈਨ ਡੂ ਸ਼ੇਅਰ ਵਿਦਨ ਯੂਅਰ ਸਰਕਲ ਐਂਡ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰ ਲਓ ਸੋ ਡੈਟ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲੇ। ਐਂਡ ਅਗਰ ਵੀਡੀਓਜ਼ ਵਧੀਆ ਲੱਗਦੀਆਂ ਤਾਂ ਤੁਸੀਂ ਲਾਈਕ ਕਰ ਸਕਦੇ ਆ, ਆਪਣੀ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਪ੍ਰੋਵਾਈਡ ਕਰ ਸਕਦੇ ਆ। ਸੋ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਦਾ ਫਰਸਟ ਪੁਆਇੰਟਰ। ਸੋ ਕੱਲ੍ਹ ਦੀ ਵੀਡੀਓ ਤੱਕ ਆਪਾਂ 40 ਪੁਆਇੰਟਰਸ ਡਿਸਕਸ ਕੀਤੇ ਸੀਗੇ। ਸੋ ਅੱਜ ਦੀ ਵੀਡੀਓ 'ਚ ਸਿਰਫ ਪੋਜੀਸ਼ਨਿੰਗ ਦੇ ਨਾਲ ਹੀ ਰਿਲੇਟਡ ਪੁਆਇੰਟਰਸ ਹੋਣਗੇ। ਓਕੇ ਸੋ ਆਪਾਂ ਸਟਾਰਟ ਕਰਦੇ ਹਾਂ ਥਾਇਰੋਇਡੈਕਟਮੀ। ਸੋ ਥਾਇਰੋਇਡੈਕਟਮੀ ਇਜ਼ ਅ ਰਿਮੂਵਲ ਆਫ ਦੀ ਥਾਇਰੋਇਡ ਗਲੈਂਡ। ਸੋ ਇਨ ਦਿਸ state you have to place the patient in semi-followers to the follower position. Why? So that to reduce the swelling and edema in the neck area. ਠੀਕ ਹੈ ਜੀ। ਸੋ ਥਾਇਰੋਇਡੈਕਟਮੀ ਦੇ ਵਿੱਚ ਸੈਮੀ ਫੋਲਰ ਟੂ ਦਾ ਫੋਲੋਅਰ ਪੋਜੀਸ਼ਨ ਪ੍ਰੋਵਾਈਡ ਕਰਨੀ ਹੁੰਦੀ ਆ। ਸੋ ਨੈਕਸਟ ਹੈਗਾ ਆ ਹੈਮਰੋਡੈਕਟਮੀ। ਸੋ ਇਟ ਇਜ਼ ਦੀ ਰਿਮੂਵਲ ਆਫ ਦੀ ਹੈਮਰੋਇਡਸ। ਠੀਕ ਹੈ। ਸੋ ਇਨ ਦਿਸ case you have to provide the lateral or sideline position. Why to provide the sideline or lateral position? So that to prevent the pain and bleeding. ठीक है। सो नैक्सट आ जाता GERD। GERD is a gastroesophageal reflux disease. So in this case you have to provide the reverse Trendelenburg position. So ਇਹ ਹੁੰਦੀ ਹੈ reverse Trendelenburg position ਜਿਹਦੇ ਵਿੱਚ patient ਦਾ head end higher side ਤੇ ਹੁੰਦਾ and ਜੋ foot end ਹੈਗਾ ਆ ਉਹ lower side ਤੇ ਹੁੰਦਾ। ਸੋ ਰਿਵਰਸ Trendelenburg position ਦੇਣੀ ਹੁੰਦੀ ਹੈ GERD ਦੇ ਵਿੱਚ ਐਂਡ ਦਿਸ ਪੋਜੀਸ਼ਨ ਪ੍ਰਮੋਟ ਦੀ ਗੈਸਟ੍ਰਿਕ ਐਮਿਟਿੰਗ। ਹੁਣ ਗੈਸਟ੍ਰਿਕ ਐਮਿਟਿੰਗ ਪ੍ਰਮੋਟ ਹੋਊਗੀ ਤਾਂ ਕੀ ਹੋਊਗਾ, ਜੋ ਰਿਫਲਕਸ ਹੈਗਾ ਆ ਉਹ ਪ੍ਰੀਵੈਂਟ ਹੋਊਗਾ। ਠੀਕ ਹੈ। ਸੋ ਦਿਸ ਪ੍ਰੀਵੈਂਟ ਦੀ ਈਸੋਫੇਜੀਅਲ ਰਿਫਲਕਸ। ਸੋ ਇਹ ਬਹੁਤ ਵਾਰੀ ਪਹਿਲਾਂ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਾ ਕਿ GERD ਦੇ ਵਿੱਚ ਤੁਸੀਂ ਕਿਹੜੀ ਪੋਜੀਸ਼ਨ ਦਿੰਦੇ ਆ ਐਂਡ ਦਾ ਆਨਸਰ ਸ਼ੁੱਡ ਬੀ ਰਿਵਰਸ Trendelenburg ਪੋਜੀਸ਼ਨ। ਓਕੇ ਸੋ ਨੈਕਸਟ ਦੇਖਦੇ ਹਾਂ। ਸੋ ਨੈਕਸਟ ਹੈਗਾ ਪੈਰੀਨੀਅਲ ਐਂਡ ਵੈਜਾਈਨਲ ਪ੍ਰੋਸੀਜਰਸ। ਸੋ ਜਿੰਨੇ ਵੀ ਗਾਇਨੋਕੋਲੋਜੀਕਲ ਪ੍ਰੋਸੀਜਰਸ ਆ ਉਹਦੇ ਵਿੱਚ ਆਪਾਂ ਦਿੰਦੇ ਹੁੰਦੇ ਆ ਲਿਥੋਟਮੀ ਪੋਜੀਸ਼ਨ। ਠੀਕ ਹੈ। ਸੋ ਦਿਸ ਇਜ਼ ਦੀ ਲਿਥੋਟਮੀ ਪੋਜੀਸ਼ਨ ਐਂਡ ਦਿਸ ਪੋਜੀਸ਼ਨ ਪ੍ਰੋਵਾਈਡਸ ਦੀ ਬੈਟਰ ਵਿਜ਼ੂਅਲਾਈਜੇਸ਼ਨ ਆਫ ਦੀ ਪੈਰੀਨੀਅਲ ਐਂਡ ਵੈਜਾਈਨਲ ਏਰੀਆ। ਸੋ ਨੈਕਸਟ ਦੇਖਦੇ ਹਾਂ। ਸੋ ਨੈਕਸਟ ਇਜ਼ ਦਾ ਨੇਜ਼ੋਗੈਸਟ੍ਰਿਕ ਟਿਊਬ ਇਨਸਰਸ਼ਨ। ਸੋ ਇਨਸਰਸ਼ਨ ਐਂਡ ਫੀਡਿੰਗ ਇਹਨਾਂ ਲਈ ਡਿਫਰੈਂਟ ਪੋਜੀਸ਼ਨਸ ਹੁੰਦੀਆਂ। ਸੋ ਇਨਸਰਸ਼ਨ ਦੇ ਟਾਈਮ ਤੇ ਆਪਾਂ ਦਿੰਦੇ ਆ ਹਾਈ ਫੋਲੋਅਰ ਪੋਜੀਸ਼ਨ। ਸੋ ਹਾਈ ਫੋਲੋਅਰ ਪੋਜੀਸ਼ਨ ਕਿਉਂ ਦਿੰਦੇ ਆ? ਬਿਕੋਜ਼ ਦਿਸ ਪੋਜੀਸ਼ਨ ਹੈਲਪਸ ਇਨ ਕਲੋਜ਼ਿੰਗ ਆਫ ਦੀ ਟ੍ਰੇਕੀਆ ਐਂਡ ਓਪਨਿੰਗ ਆਫ ਦੀ ਈਸੋਫੇਗਸ। ਸੋ ਈਸੋਫੇਗਸ ਅਗਰ ਓਪਨ ਹੋਏਗੀ ਤਾਂ ਕੀ ਹੋਊਗਾ, ਐਨਜੀ ਟਿਊਬ ਈਜ਼ੀਲੀ ਇਨਸਰਟ ਹੋ ਜਾਊਗੀ। So next is the nasogastric feeding. So at the time of feeding you have to provide the semi-follower to follower position. Clear? Okay, so next देखते हैं in case of rectal edema or irrigation. So anemia ਦੇ ਵਿੱਚ ਆਪਾਂ ਕਿਹੜੀ position ਦਿੰਨੇ ਆ? So you have to place the patient in left SEMS position. Left lateral position ਹੁੰਦੀ ਆ because this position allow the solution to flow with the gravity in the natural direction of the colon. ठीक है। So left lateral और left SEM position दिन्ने आ while administering the enema to the patient. ठीक है। Okay, so next is clients with respiratory and cardiac disorders. So ਜਿੰਨੇ ਵੀ majority cardiac and respiratory disorders ਹੁੰਦੇ ਆ ਉਹਦੇ ਵਿੱਚ ਜੋ head end ਹੁੰਦਾ ਹੈ ਮੀਨਸ ਕਿ ਜੋ head side ਹੁੰਦੀ ਆ ਉਹਨੂੰ ਆਪਾਂ ਐਲੀਵੇਟ ਕਰਦੇ ਆ। ਠੀਕ ਹੈ। ਸੋ ਇਹਦੇ ਨਾਲ ਕੀ ਹੁੰਦਾ ਹੈ, ਲੰਗਸ ਦੀ ਐਕਸਪੈਂਸ਼ਨ ਹੁੰਦੀ ਆ ਐਂਡ ਪੇਸ਼ੈਂਟ ਨੂੰ ਬਰੀਥ ਕਰਨ ਦੇ ਵਿੱਚ ਈਜ਼ ਹੋ ਜਾਂਦੀ ਆ। ਠੀਕ ਹੈ ਜੀ। ਸੋ ਹੈਡ ਐਂਡ ਐਲੀਵੇਟ ਹੁੰਦਾ ਆ ਇਨ ਰੈਸਪੀਰੇਟਰੀ ਐਂਡ ਕਾਰਡਿਕ ਡਿਸਆਰਡਰਸ ਦੇ ਵਿੱਚ। ਸੋ ਨੈਕਸਟ ਦੇਖਦੇ ਹਾਂ ਡੀਪ ਵੇਨ ਥ੍ਰੋਮਬੋਸਿਸ। ਸੋ DVT 'ਚ ਆਪਾਂ ਕਿਹੜੀ ਪੋਜੀਸ਼ਨ ਦਿੰਦੇ ਆ? ਸੋ ਇਨ DVT ਬੈੱਡ ਰੈਸਟ ਹੁੰਦੀ ਆ ਵਿਦ ਲੈਗਸ ਐਲੀਵੇਟਡ। ਠੀਕ ਹੈ। ਸੋ ਲੈਗ ਐਲੀਵੇਸ਼ਨ ਹੁੰਦੀ ਆ ਵਿਦ ਬੈੱਡ ਰੈਸਟ। ਸੋ ਨੈਕਸਟ ਇਜ਼ ਅ ਕੈਟਰੈਕਟ ਸਰਜਰੀ। ਸੋ ਕੈਟਰੈਕਟ ਸਰਜਰੀ ਤੋਂ ਬਾਅਦ ਮੀਨਸ ਕਿ ਪੋਸਟ ਆਪਰੇਟਿਵਲੀ ਕੀ ਪੋਜੀਸ਼ਨ ਦੇਣੀ ਹੁੰਦੀ ਆ? ਸੈਮੀ ਫੋਲੋਅਰ ਟੂ ਫੋਲੋਅਰ ਪੋਜੀਸ਼ਨ ਹੁੰਦੀ ਆ ਔਰ ਪੋਜੀਸ਼ਨ ਦਾ ਕਲਾਇੰਟ ਔਨ ਦੀ ਬੈਕ ਵਿਦ ਦ ਨॉन ਆਪਰੇਟਿਵ ਸਾਈਡ। ਠੀਕ ਹੈ। ਸੋ ਨॉन ਆਪਰੇਟਿਵ ਸਾਈਡ ਤੇ ਪੇਸ਼ੈਂਟ ਦੀ ਸਾਈਡ ਹੋਣੀ ਚਾਹੀਦੀ ਆ।
Okay, so with this moving towards the next one is the autonomic dysreflexia. ਸੋ ਇਹ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਸੀਗਾ ਆਟੋਨੋਮਿਕ ਡਿਸਰਫਲੈਕਸੀਆ ਇੱਕ ਮੈਡੀਕਲ ਐਮਰਜੈਂਸੀ ਹੁੰਦੀ ਆ ਜਿਹਦੇ ਵਿੱਚ ਹਾਈਪਰਟੈਂਸਿਵ ਕ੍ਰਾਈਸਿਸ ਹੋਣ ਦੇ ਚਾਂਸਸ ਹੁੰਦੇ ਆ ਔਰ ਜੋ ਸਪਾਈਨਲ ਕਾਰਡ ਇੰਜਰੀਜ਼ ਇਹਦਾ ਮੇਨ ਕਾਜ਼ ਹੁੰਦਾ ਆ ਆਟੋਨੋਮਿਕ ਡਿਸਰਫਲੈਕਸੀਆ ਦਾ ਐਂਡ ਇਸ ਟਾਈਮ ਤੇ ਜੋ ਨਰਸਿੰਗ ਪ੍ਰਾਇੋਰਿਟੀ ਐਕਸ਼ਨ ਬਣਦਾ ਹੁੰਦਾ ਡੈਟ ਇਜ਼ ਟੂ ਪ੍ਰੋਵਾਈਡ ਦਾ ਹਾਈ ਫਾਲੋਅਰ ਪੋਜੀਸ਼ਨ ਟੂ ਦਾ ਪੇਸ਼ੈਂਟ ਠੀਕ ਹੈ Why to provide the high follower position? Because this position assists in adequate ventilation and this also assists in prevention of the hypertensive stroke. ठीक है so next देखते हैं next is in clients with hemorrhagic stroke. So hemorrhagic stroke ਚ ਤੁਸੀਂ ਕੀ position ਦੇਣੀ ਹੁੰਦੀ ਆ ਜੋ ਹੈਡ ਐਂਡ ਹੁੰਦਾ ਆ ਉਹਨੂੰ ਆਪਾਂ ਐਲੀਵੇਟ ਕਰਨਾ ਹੁੰਦਾ ਟੂ ਦਾ 30 ਡਿਗਰੀ ਠੀਕ ਹੈ why to elevate the head end in hemorrhagic stroke? So that to reduce the ICP, increased intracranial pressure जो ਹੁੰਦਾ ਉਹਨੂੰ reduce ਕਰਨਾ ਹੁੰਦਾ and also this facilitate the venous drainage from the head ਠੀਕ ਹੈ ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ischemic stroke ਦੀ ਸੋ ischemic stroke 'ਚ ਕੀ ਪੋਜੀਸ਼ਨ ਦੇਣੀ ਹੁੰਦੀ ਆ ਸੋ ਇਨ ਦਿਸ the head of the bed is usually kept flat clear ਸੋ ਨੈਕਸਟ ਦੇਖਦੇ ਹਾਂ in patient with stroke so in patient with stroke ਜੋ ਜਨਰਲ ਗਾਈਡਲਾਈਨਸ ਹੁੰਦੀਆਂ that are maintain the head in a midline in a neutral position because this position helps in facilitating the venous drainage from the head ठीक है so ICP increase ना होवे इस करके you have to maintain the head in a midline and neutral position in patients with stroke so जो next pointer है ये भी stroke वाले patients ਦੇ ਲਈ ਆ so avoid the extreme hip and neck flexion why to avoid the hip and neck flexion because extreme hip flexion may increase the intrathoracic pressure and extreme neck flexion prohibits the venous drainage from the brain so ਉਹਦੇ ਨਾਲ ਕੀ ਹੋਊਗਾ ICP increase ਹੋਣ ਦੇ chances ਜ਼ਿਆਦਾ ਹੋ ਜਾਂਦੇ ਆ so avoid extreme hip and neck flexion and maintain the head in a neutral midline position in patients with stroke ठीक है okay so next is the craniotomy so after craniotomy elevate the head end of the bed 30 to 45 degree and maintain the head in midline neutral position as this facilitate the venous drainage from the head ठीक है so next pointer हैगा या in case of increased intracranial pressure ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਆ ਕਿ ਨਾਰਮਲ ਇੰਟਰਾਕ੍ਰੇਨੀਅਲ ਪ੍ਰੈਸ਼ਰ ਕਿੰਨਾ ਹੁੰਦਾ ਆ ਪ੍ਰੀਵੀਅਸ ਮੈਂ ਨਿਊਰੋਲੋਜੀਕਲ ਸਿਸਟਮ ਦੀਆਂ ਜੋ ਵੀਡੀਓਜ਼ ਬਣਾਈਆਂ ਸੀਗੀਆਂ ਉਹਦੇ ਵਿੱਚ ਸਾਰੇ ਪੁਆਇੰਟਰਸ ਡਿਸਕਸ ਕੀਤੇ ਸੀਗੇ ਸੋ ਮੈਂਸ਼ਨ ਕਰੋ ਨਾਰਮਲ ICP ਕਿੰਨਾ ਹੁੰਦਾ ਸੋ ਐਲੀਵੇਟ ਕਰਨਾ ਹੁੰਦਾ ਤੁਸੀਂ ਹੈਡ ਐਂਡ ਆਫ ਦੀ ਬੈਡ ਟੂ 30 to 45 degree and maintain the head in midline neutral position as this facilitate the venous drainage from the head and avoid extreme hip and neck flexion ਸੋ ਜੋ ਆਪਾਂ ਸਟ੍ਰੋਕ ਵਾਲੇ ਪੇਸ਼ੈਂਟਸ ਦੇ ਵਿੱਚ ਪੜ੍ਹਿਆ ਸੀਗਾ ਉਹ ਇਨਕਰੀਜ਼ ICP ਤੋਂ ਹੀ ਸੀਗਾ ਸੋ ਇਸ ਕਰਕੇ ਇਨਕਰੀਜ਼ ICP ਦੇ ਵਿੱਚ ਸੇਮ ਪੋਜੀਸ਼ਨਸ ਰਿਕਮੈਂਡ ਹੁੰਦੀਆਂ ਆ ਸੋ ਨੈਕਸਟ ਆਪਾਂ ਦੇਖਦੇ ਹਾਂ ਸੋ ਡੋਂਟ ਪਲੇਸ ਦਾ ਕਲਾਇੰਟ ਵਿਦ ਹੈਡ ਇੰਜਰੀ ਇਨ ਅ ਫਲੈਟ ਔਰ ਟ੍ਰੈਂਡਲ ਵਰਕ ਪੋਜੀਸ਼ਨ ਸੋ ਟ੍ਰੈਂਡਲ ਵਰਕ ਪੋਜੀਸ਼ਨ ਨਹੀਂ ਦੇਣੀ ਹੁੰਦੀ ਬਿਕੋਜ਼ ਆਫ ਦ ਰਿਸਕ ਆਫ ਦ ਇਨਕਰੀਜ਼ਡ ਇੰਟਰਾਕ੍ਰੇਨੀਅਲ ਪ੍ਰੈਸ਼ਰ ਕਲੀਅਰ ਜੀ ਓਕੇ ਸੋ ਨੈਕਸਟ ਇਜ਼ ਕ੍ਰੋਨਿਕ obstructive pulmonary disease ਸੋ COPD ਦੇ ਵਿੱਚ ਕਿਹੜੀ ਪੋਜੀਸ਼ਨ ਦੇਣੀ ਆ ਸੋ ਇਨ COPD orthopnic or tripod position is recommended ਸੋ ਜਿੱਦਾਂ ਕਿ ਤੁਸੀਂ ਇਮੇਜ ਦੇਖ ਹੀ ਰਹੇ ਹੋ ਸੋ ਇਨ ਦਿਸ ਪੋਜੀਸ਼ਨ ਪਲੇਸ ਦਾ ਪੇਸ਼ੈਂਟ ਇਨ ਅ ਸਿਟਿੰਗ ਪੋਜੀਸ਼ਨ then ask the patient to lean forward ਠੀਕ ਹੈ lean forward with patient arms over the several pillows or on the overbend table so why to place the patient in orthopnic or tripod position as this position will assist the client to breathe easier ਠੀਕ ਹੈ ਸੋ COPD ਦੇ ਵਿੱਚ orthopnic ਔਰ tripod position ਹੁੰਦੀ ਆ ਐਂਡ ਇਹ ਇਮੇਜ ਯਾਦ ਰੱਖਣੀ ਆ ਤੁਸੀਂ ਸੋ ਨੈਕਸਟ ਇਜ਼ ਨੀਮੋਥੋਰਿਕਸ ਸੋ ਨੀਮੋਥੋਰਿਕਸ ਦੇ ਵਿੱਚ ਹਾਈ ਫਾਲੋਅਰ ਪੋਜੀਸ਼ਨ ਦੇਣੀ ਹੁੰਦੀ ਆ ਐਜ਼ ਦਿਸ ਪੋਜੀਸ਼ਨ ਪ੍ਰਮੋਟ ਦੀ ਲੰਗ ਐਕਸਪੈਂਸ਼ਨ ਐਂਡ ਅਸਿਸਟ ਇਨ ਦੀ ਬਰੀਦਿੰਗ ਠੀਕ ਹੈ ਸੋ ਨੀਮੋਥੋਰਿਕਸ ਦੇ ਵਿੱਚ ਹਾਈ ਫਾਲੋਅਰ ਪੋਜੀਸ਼ਨ ਆ ਐਂਡ ਨੈਕਸਟ ਇਜ਼ ਅੰਬਲਾਈਕਲ ਕਾਰਡ ਪ੍ਰੋਲੈਪਸ ਸੋ ਅੰਬਲਾਈਕਲ ਕਾਰਡ ਪ੍ਰੋਲੈਪਸ ਦੇ ਵਿੱਚ ਟ੍ਰੈਂਡਲ ਵਰਕ ਪੋਜੀਸ਼ਨ ਦੇਣੀ ਹੁੰਦੀ ਆ ਸੋ ਦਿਸ ਇਜ਼ ਅ ਟ੍ਰੈਂਡਲ ਵਰਕ ਪੋਜੀਸ਼ਨ ਔਰ ਨੀ ਚੈਸਟ ਪੋਜੀਸ਼ਨ ਐਜ਼ ਦਿਸ ਪੋਜੀਸ਼ਨ ਰਿਲੀਵਸ ਦੀ ਪ੍ਰੈਸ਼ਰ ਫਰੋਮ ਦੀ ਕਾਰਡ ਠੀਕ ਹੈ ਸੋ ਅੰਬਲਾਈਕਲ ਕਾਰਡ ਦੇ ਵਿੱਚ ਟ੍ਰੈਂਡਲ ਵਰਕ ਪੋਜੀਸ਼ਨ ਦੇਣੀ ਹੁੰਦੀ ਆ ਕਲੀਅਰ ਜੀ ਸੋ ਨੈਕਸਟ ਦੇਖਦੇ ਹਾਂ okay so next is during a lumbar puncture so during a lumbar puncture fetal position ਹੁੰਦੀ ਆ ਤੁਸੀਂ ਸਭ ਨੂੰ ਪਤਾ ਹੀ ਹੋਊਗਾ ਤੁਹਾਨੂੰ ਸੋ fetal position ਦੇ ਵਿੱਚ ਕੀ ਹੁੰਦਾ ਆ ਜੋ sideline position ਹੁੰਦੀ ਆ ਠੀਕ ਹੈ like in this image so sideline position with backboard and knees drawn to the abdomen so knees will be towards the abdomen and neck will be flexed ਠੀਕ ਹੈ ਜਿੱਦਾਂ ਕਿ ਇੱਥੇ ਹੈਗਾ image neck flexion ਹੋਈ ਆ to rest the chin on the chest so why to provide this position as this position maximize the spine flexion
क्लीयर। सो लंबर पंक्चर ਦੇ ਵਿੱਚ ਦਿੰਨੇ ਆਪਾਂ ਫੀਟਲ ਪੋਜੀਸ਼ਨ। ਸੋ ਥੋਰੈਕੋਸੈਂਥਸਿਸ, ਦੇ ਵਿੱਚ ਕੀ ਹੈ, ਜਿੱਦਾਂ ਕਿ ਇਮੇਜ 'ਚ ਤੁਸੀਂ ਦੇਖ ਹੀ ਰਹੇ ਆ, ਤੁਸੀਂ ਪੇਸ਼ੈਂਟ ਨੂੰ ਪ੍ਰੋਵਾਈਡ ਕਰਨੀ ਸਿਟਿੰਗ ਪੋਜੀਸ਼ਨ, ਠੀਕ ਹੈ। ਸੋ ਸਿਟਿੰਗ ਔਨ ਦੀ ਐਜ ਆਫ ਦੀ ਬੈਡ ਵਾਈਲ ਲੀਨਿੰਗ ਔਨ ਦੀ ਬੈਡ ਸਾਈਡ ਟੇਬਲ ਵਿਦ ਦ ਫੀਟ ਸਪੋਰਟਡ ਬਾਈ ਅ ਸਟੂਲ, ਠੀਕ ਹੈ। ਸੋ ਇੱਕ ਤਾਂ ਇਹ ਪੋਜੀਸ਼ਨ ਹੋ ਗਈ। ਸੈਕਿੰਡ ਕੀ ਹੈਗੀ ਹੈ, ਲਾਈਂਗ ਇਨ ਅ ਬੈਡ ਔਨ ਅਨਅਫੈਕਟਡ ਸਾਈਡ ਵਿਦ ਹੈਡ ਐਲੀਵੇਟਡ ਐਟ ਦੀ 45 ਡਿਗਰੀ, ਠੀਕ ਹੈ। ਸੋ ਇਹ ਪੋਜੀਸ਼ਨ ਆਪਾਂ ਰਿਕਮੈਂਡ ਕਰਦੇ ਹਾਂ ਥੋਰੈਕੋਸੈਂਥਸਿਸ ਦੇ ਵਿੱਚ। ਸੋ ਨੈਕਸਟ ਦੇਖਦੇ ਹਾਂ, ਨੈਕਸਟ ਇਜ਼ ਸਪਾਈਨਾ ਬਾਈਫਿਡਾ। ਸੋ ਸਪਾਈਨਾ ਬਾਈਫਿਡਾ ਦੇ ਵਿੱਚ ਪ੍ਰੋਨ ਪੋਜੀਸ਼ਨ ਦਿੰਦੇ ਆ। ਵਾਈ ਟੂ ਪ੍ਰੋਵਾਈਡ ਪ੍ਰੋਨ ਪੋਜੀਸ਼ਨ ਇਨ ਸਪਾਈਨਾ ਬਾਈਫਿਡਾ? ਟੂ ਪ੍ਰੀਵੈਂਟ ਦੀ ਸੈਕ ਰਪਚਰ, ਠੀਕ ਹੈ। ਸੋ ਲਾਸਟ ਵਨ ਇਜ਼ ਆ ਹਾਈਮਰੋਡੈਕਟਮੀ। ਸੋ ਆਪਾਂ ਸਟਾਰਟਿੰਗ ਵਾਲੇ ਪੁਆਇੰਟਸ ਵੀ ਹਾਈਮਰੋਡੈਕਟਮੀ ਦਾ ਦੇਖਿਆ ਸੀਗਾ ਕਿ ਪੇਸ਼ੈਂਟ ਨੂੰ ਆਪਾਂ ਸਾਈਡ ਲਾਈਨ ਪੋਜੀਸ਼ਨ ਦਿੰਦੇ ਆ। ਸੋ ਅਲੋਂਗ ਵਿਦ ਦ ਸਾਈਡ ਲਾਈਨ ਪੋਜੀਸ਼ਨ ਇੱਕ ਜੈਕ ਨਾਈਫ ਪੋਜੀਸ਼ਨ ਵੀ ਹੁੰਦੀ ਆ, ਠੀਕ ਹੈ। ਸੋ ਇਹ ਹੁੰਦੀ ਹੈ ਜੈਕ ਨਾਈਫ ਪੋਜੀਸ਼ਨ। So this position allow the better visualization of the area as buttocks and anus is exposed in this position, ठीक है। So sideline भी हो सकती है and jackknife position भी provide कर सकते हैं, ठीक है। So this position also relieves the pain. Okay, so that's all about the today's pointers. So ਅੱਜ ਦੀ ਵੀਡੀਓ 'ਚ ਆਪਾਂ ਪੋਜੀਸ਼ਨਿੰਗ ਡਿਸਕਸ ਕੀਤੀ ਇਨ ਡਿਫਰੈਂਟ ਡਿਜ਼ੀਜ਼ ਕੰਡੀਸ਼ਨਸ, ਆਪਾਂ ਕਿਹੜੀਆਂ ਪੋਜੀਸ਼ਨਸ ਦਿੰਦੇ ਆ ਐਂਡ ਇਹਨਾਂ ਵਿੱਚੋਂ ਬਹੁਤ ਸਾਰੇ ਜੋ ਕੁਐਸਚਨਸ ਹੈਗੇ ਆ ਪਹਿਲਾਂ ਪੁੱਛੇ ਜਾ ਚੁੱਕੇ ਆ, BFGHS ਵੀ ਆਏ ਆ, GMCH ਵੀ ਆਏ ਆ ਐਂਡ ਇਹ ਸਾਰੇ ਪੁਆਇੰਟਰਸ ਇੰਪੋਰਟੈਂਟ ਆ ਐਂਡ ਆਈ ਹੋਪ ਤੁਸੀਂ ਆਪਣੇ ਹੈਂਡ ਰਿਟਨ ਨੋਟਸ ਵੀ ਬਣਾ ਲਏ ਹੋਵੋਗੇ ਨਾਲ ਨਾਲ। ਐਂਡ ਅਗਰ ਤੁਹਾਨੂੰ ਵੀਡੀਓ ਫਾਸਟ ਲੱਗਦੀ ਹੈ ਤਾਂ ਤੁਸੀਂ ਪੌਜ਼ ਕਰਕੇ ਜਾਂ ਵੀਡੀਓ ਨੂੰ ਸਲੋ ਕਰਕੇ ਨੋਟਸ ਜ਼ਰੂਰ ਬਣਾਇਆ ਕਰੋ। ਸੋ ਲਾਸਟ ਮਿੰਟ ਰਿਵੀਜ਼ਨ ਦੇ ਵਿੱਚ ਤੁਹਾਡੀ ਜ਼ਰੂਰ ਹੈਲਪ ਕਰਨਗੇ ਇਹ। ਸੋ ਅਗਰ ਵੀਡੀਓ ਵਧੀਆ ਲੱਗੀ ਦੈਨ ਵੀਡੀਓ ਨੂੰ ਤੁਸੀਂ ਲਾਈਕ ਕਰ ਸਕਦੇ ਆ, ਆਪਣੀ ਫੀਡਬੈਕ ਕਮੈਂਟ ਸੈਕਸ਼ਨ 'ਚ ਪ੍ਰੋਵਾਈਡ ਕਰ ਸਕਦੇ ਆ ਐਂਡ ਅਗਰ ਤੁਹਾਡੀ ਕੋਈ ਵੀ ਕੁਐਰੀ ਹੈਗੀ ਆ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਆ। ਸੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਤੁਸੀਂ ਨਹੀਂ ਕੀਤਾ ਅਜੇ ਤੱਕ, ਸੋ ਡੈਟ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲੇ। ਓਕੇ, ਸੋ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਸੋ ਕੱਲ੍ਹ ਮਿਲਾਂਗੇ ਨਿਊ ਵੀਡੀਓ ਦੇ ਵਿੱਚ। ਸੋ ਸਟੇ ਟਿਊਨਡ ਵਿਦ ਨਰਸਿੰਗ ਸਕੂਪ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ।